ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤ ਉਦਰਹਿ ਬਿਨ ਸੇ ਉਦਰਹਿ ਗਾਵਤ ਉਦਰਹਿ ਸੁਣਤੇ ਉਦਰਹਿ ਬਿਨ ਸੇ ਪਾਪ ਕਨੇਰੇ ਪਸ਼ੂ ਪਰੇਤ ਮੁਗਧ ਕੋ ਤਾਰੈ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰ ਅਰਸ ਹੋ ਕੁਰਸ ਹੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਖਾਰੀ ਮਹੱਲਾ ਚੌਥਾ। ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ ਤਿਨ ਤੂੰ ਧਿਆਇਆ ਮੇਰਾ RAM ਜਿਨ ਕੈ ਧੁਰ ਲੇਖ ਮਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ
ਤਿਨ ਤੂੰ ਧਿਆਇਆ ਮੇਰਾ RAM, ਜਿਨ ਕੈ ਧੁਰ ਲੇਖ ਮਾਥ। ਜਿਨ ਕੋ ਧੁਰ ਹਰ ਲਿਖਿਆ ਸੁਆਮੀ, ਤਿਨ ਹਰ ਹਰ ਨਾਮ ਅਰਾਧਿਆ। ਤਿਨ ਕੇ ਪਾਪ ਇਕ ਨਿਮਖ ਸਭ ਲਾਥੇ, ਜਿਨ ਗੁਰ ਬਚਨੀ ਹਰ ਜਾਪਿਆ। ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ, ਤਿਨ ਦੇਖੇ ਹੋਂ ਭਇਆ ਸਨਾਥ। ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਸ਼ਟ ਨਾਥ। ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ, ਤਿਨ ਦੇਖੇ ਹੋਂ ਭਇਆ ਸਨਾਥ। ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਸ਼ਟ ਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਬਰ ਛਤਰ ਤਖ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ, ਹਾਜਰਾ ਹਜੂਰ, ਸਰਬ ਕਲਾ ਸਮਰੱਥ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਚੋਜੀ ਪ੍ਰੀਤਮ ਬਾਜਾਂ ਵਾਲੇ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ, ਚਰਨ ਛੋਹ ਧਰਤੀ, ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਤੁਖਾਰੀ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਦਾ ਪਹਿਲਾ ਬੰਦ ਆਪ ਜੀ ਨੇ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਰੀਏ ਆਪਣੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਚਿੱਤ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ
ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਖਾਰੀ ਮਹੱਲਾ ਚੌਥਾ। ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ। ਤਿਨ ਤੂੰ ਧਿਆਇਆ ਮੇਰਾ RAM ਜਿਨ ਕੈ ਧੁਰ ਲੇਖ ਮਾਥ। ਸੋਢੀ ਸੁਲਤਾਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ 1115 ਅੰਕ ਤੇ ਤੁਖਾਰੀ ਰਾਗ ਦੇ ਵਿੱਚ ਤੀਸਰੇ ਛੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਸ਼ਬਦ ਦੇ ਵਿੱਚ ਜਿੱਥੇ ਗੁਰੂ ਸਾਹਿਬਾਨ ਜੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਨੂੰ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ, ਉੱਥੇ ਨਾਲ ਹੀ ਪਾਤਸ਼ਾਹ ਇਹ ਦੱਸ ਰਹੇ ਹਨ ਕਿ ਪਰਿਪੂਰਨ ਪਰਮਾਤਮਾ ਨੂੰ ਉਹੀ ਧਿਆ ਸਕਦੇ ਹਨ ਜਿਨ੍ਹਾਂ ਉੱਤੇ ਉਸ ਮਾਲਕ ਦੀ ਰਹਿਮਤ ਹੋਵੇ, ਮਾਲਕ ਦੀ ਕਿਰਪਾ ਹੋਵੇ। ਜਿਹੜੇ ਮੱਥੇ ਦੇ ਚੰਗੇ ਭਾਗ ਲਿਖਾ ਕੇ ਆਏ ਨੇ ਉਹਨਾਂ ਨੂੰ ਫਿਰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ। ਉਹ ਵਾਹਿਗੁਰੂ ਦੇ ਗੁਣ ਗਾਇਨ ਕਰਕੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਹਨ। ਇਹ ਪਾਵਨ ਸ਼ਬਦ ਦਾ ਸਾਰਾ ਭਾਵ ਅਰਥ ਹੈ। ਸੋ ਗੁਰੂ ਸਾਹਿਬਾਨ ਜੀ ਰੰਭਤਾ ਵਿੱਚ ਬਚਨ ਕਰਦੇ, ਕਹਿੰਦੇ ਹੇ ਪਰਮੇਸ਼ਰ ਤੂੰ ਜਗ ਜੀਵਨ। ਜਗ ਜੀਵਨ ਤੋਂ ਭਾਵ ਜਗਤ ਨੂੰ ਜੀਵਨ ਦੇਣ ਵਾਲਾ। ਜਗਦੀਸ਼, ਜਗਦੀਸ਼ ਤੋਂ ਭਾਵ ਹੈ ਜਗ ਦਾ ਈਸ਼ਰ, ਜਗ ਦਾ ਮਾਲਕ। ਸਭ ਕਰਤਾ, ਸਭ ਕੁਝ ਕਰਨ ਨੂੰ ਸਮਰੱਥ ਹੈ। ਜਿਵੇਂ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਆ ਨਾ ਕਿ ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ। ਸਤਿਗੁਰੂ ਜੀ ਫਰਮਾਨ ਕਰਦੇ, ਕਹਿੰਦੇ ਤੂੰ ਕਰਤਾ ਸਚਿਆਰ, ਇਹ ਵਾਹਿਗੁਰੂ ਤੂੰ ਸਚਿਆਰ ਹੈ, ਕਰਨ ਵਾਲਾ ਹੈ। ਮੈਡਾ ਸਾਈ, ਮੇਰਾ ਸਾਈਂ ਹੈ, ਮੇਰਾ ਮਾਲਕ ਹੈ। ਜੋ ਤੈਨੂੰ ਭਾਉਂਦਾ ਉਹੀ ਤੂੰ ਉਹੀ ਹੋ ਰਿਹਾ, ਤੇਰੇ ਹੁਕਮ ਦੇ ਵਿੱਚ ਹੀ ਸਭ ਕੁਝ ਹੈ। ਤੇ ਇਸ ਕਰਕੇ ਉਹ ਕਰਨ ਵਾਲਾ ਹੈ, ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਨਾਥ ਮਾਲਕ ਹੈ। ਜਗਤ ਦਾ ਮਾਲਕ, ਜਗਤ ਦਾ ਨਾਥ। ਜਿੰਨੇ ਵੀ ਰਾਜੇ ਮਹਾਰਾਜੇ ਸੰਸਾਰ ਵਿੱਚ ਹੋਏ, ਚੱਕਰਵਰਤੀ ਰਾਜੇ ਹੋਏ ਨੇ, ਜਿਨ੍ਹਾਂ ਨੇ ਸਾਰੇ ਸੰਸਾਰ ਉੱਤੇ ਦਿਗਵਿਜੇ ਪ੍ਰਾਪਤ ਕੀਤੀ, ਉਹਨਾਂ ਰਾਜੇ ਮਹਾਰਾਜਿਆਂ ਦਾ ਵੀ ਰਾਜਾ ਪਰਮੇਸ਼ਰ ਵਾਹਿਗੁਰੂ ਹੈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਪੁੱਛੋ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨੰਦ ਵਾਰ ਤੋਹੇ। ਹੇ ਪਰਮਾਤਮਾ ਤੂੰ ਸਾਰੇ ਰਾਜਿਆਂ ਦਾ ਰਾਜਾ ਹੈ। ਗਰੀਬਾਂ ਨੂੰ ਆਪਣੇ ਆਪ ਤੋਂ ਤੂੰ ਪੈਦਾ ਹੋਇਆ ਤੇ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਤੇ ਮੈਨੂੰ ਆਪਣਾ ਦਾਸ ਸੇਵਕ ਜਾਣ ਕੇ
मेरे उत्ते अपनी किरपा करना करो। मैं थक के हार के तुहाडे दर ते आके पिया हाँ, भाव तुहाडा ओट आसरा तकिया मैं, मेरे मालक जी मेरे उत्ते बख्शिश करो। रब दे प्यारिਆਂ ਨੂੰ केवल ते केवल परमात्मा दा ओट आसरा हुंदा है। वो गुरु दा ओट आसरा तकदे ने। आप सतगुर दे वचन पढ़ते हैं तो पातशाह कहते ने, किस ही कोई कोए मांझ निमाणी इक तू। किसे नू किसे दा आसरा, किसे नू किसे दा आसरा, पर हे परमेश्वर मैनू निमाणी जिंद नू केवल तेरा ही आसरा है, तू साडा मालक है। गुरसिख नू, गुरु दे प्यारे नू अपने गुरु दा आसरा। गुरसिख दा कोई कारज होवे, गुरसिख दे घर विच दुख होवे सुख होवे, ते गुरसिख अपने गुरु दा आसरा तकदा कि गुरु दा आसरा तक के गुरु साहिबान दे चरणां च बेनती करदा कि सतगुरु ये दुख दी घड़ी आई है, दुख दी घड़ी विच सानू भाणा मनण दा बल बख्शिश करना। ये गुरसिख सतगुरां दी बाणी पढ़ के सतगुर दे चरणां च बेनती करदा। जे सुख आया ना, सुख वेले भी गुरसिख अपने गुरु दे कोल जांदा ते गुरु नूं कहंदा कि गुरु पातशाह जी आप जी दी किरपा सदका जिंदगी विच आ दातां प्राप्त होईयां, मैनूं सुख मिलिया है, मेरे मालक जी बख्शिश करनी किते ये ना होवे इन्हां सुखां विच मैं खचत हो के तैनूं विसार दियां, तैनूं भुला दियां। इस करके मेरे मालक जी मैनू अपनी रजा च रखना तेरा शुक्र है, धन्नवाद है। ते गुरु का सिख इस तरीके नाल धन्नवाद करता है। ते गुरु सवारियो सानू मनुखा जन्म मिलिया ही उस वाहिगुरु का धन्नवाद करने दे लई है। सतगुरु इत्थों तक वचन करते ने, कहते ऐ भाई जे जीवन काल विच विचरदियां होयां जीव बहुत सारे कारज करदा। कई वारी घर दे इहो जे कारज हुंदे ने, ब्याह शादियां होर समागम इत्यादक, उन्हां नूं सफल करन दे लई जीव दे मोढियां उत्ते जिम्मेवारी हुंदी है कि मैं आ फलाना कारज करना है, ऐनी मैनूं जमा पूंजी चाहीदी आ वस्तुआं चाहीदियां हन। ते जीव फिर डोलदा, जब प्रबंध ना होवे ना फिर डोलदा कि मैं कित्थों ये माया लैके आ, कित्थों मैं अपना कारज करा। ते सतगुरु कहंदे जदों तेरा कोई कारज अड़िया होवे, काम रुकदा दिखदा होवे, कहंदे सब तो पहला कारज की शुरुआत करन तो पहला तू अपने गुरु दे कोल चल के आ। गुरु दे कोल चल के आ ते गुरु साहिबान दे चरणां च तू बेनती कर, अरदास कर, ते गुरु ने तेरा कार सवार देना। पर नाल पातशाह भी आखदे ने, कहंदे जिथे तै गुरु दे चरणां च आके अरदास करनी है, बेनती करनी है, उत्थे नाल तैं गुरु उत्ते भरोसा रखना है। ये नहीं कि एक पासे तो गुरु साहिबान दे चरणां जाके पहुंचे या बेनती कीती है, दूजे पासे अनमतियां दे दर ते जाके नमस्कारां करन लग पे, फिर उही कि मेरा कारज सवार दिओ जी दा मतलब अपने गुरु ते भरोसा नहीं होया, विश्वास नहीं होया, फिर तो डोल रहा है। फिर इस तरह गुरु भी सहायता नहीं करता कि नहीं इनू मेरे उत्ते विश्वास नहीं, जो विश्वास ही नहीं करता मैं मदद क्यों करा। तो सानू गुरु उत्ते विश्वास होना चाहिए, भरोसा होना चाहिए। पातशाह के बचन आप पढ़ते हैं ना, आप सतगुरु कहते ने धर जी अरे एक टेक तू
ਲਾਹੇ ਬਿਡਾਨੀ ਆਸ, ਬਿਡਾਨੀ ਭਾਵ ਹੋਰਨਾਂ ਦੀ ਆਸ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਹੋਰਨਾਂ ਦੀ ਆਸ ਛੱਡ ਕੇ ਇੱਕ ਉੱਤੇ ਭਰੋਸਾ ਰੱਖ, ਨਾਮ ਜਪਣਾ ਕਰ, ਤੇਰੇ ਕਾਰਜ ਰਾਸ ਆ ਜਾਣਗੇ। ਇਹ ਗੁਰਬਾਣੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਕਿ ਗੁਰ ਪੂਰਾ ਜਿਨ ਸਿਮਰਿਆ, ਸੇਈ ਭੈ ਨਿਹਾਲ, ਨਾਨਕ ਨਾਮ ਅਰਾਧਨਾ, ਕਾਰਜ ਆਵੈ ਰਾਸ। ਗੱਲ ਕੀ ਹੈ ਕਿ ਨਾਮ ਜਪ ਕੇ ਹੀ ਸਾਡੇ ਸਾਰੇ ਕਾਰਜ ਸਵਰਦੇ ਹਨ। ਕੋਈ ਵੀ ਕਾਰਜ ਹੈ, ਜੇ ਸਾਡੇ ਕੋਲ ਵਾਹਿਗੁਰੂ ਦਾ ਨਾਮ ਆਪਾਂ ਜਪਣਾ ਸ਼ੁਰੂ ਕਰ ਦਈਏ ਨਾ, ਤੇ ਸਤਿਗੁਰੂ ਉਹ ਕਾਰਜ ਸਵਾਰਨਗੇ, ਕਿਉਂਕਿ ਉਹ ਵਾਹਿਗੁਰੂ ਸਾਰੇ ਜਗਤ ਦਾ ਈਸ਼ਰ ਹੈ। ਉਹ ਜਗਤ ਨੂੰ ਜੀਵਨ ਦੇਣ ਵਾਲਾ, ਜਗਤ ਦਾ ਮਾਲਕ ਹੈ। ਉਹ ਸਭ ਕੁਝ ਕਰਨ ਵਾਲਾ ਹੈ ਤੇ ਸਾਰੀ ਸ੍ਰਿਸ਼ਟੀ ਦਾ ਉਹ ਨਾਥ ਮਾਲਕ ਹੈ। ਸਾਰੀ ਸ੍ਰਿਸ਼ਟੀ ਉਹਦੀ ਪੈਦਾ ਕੀਤੀ ਹੋਈ ਹੈ। ਖਿਣ ਮਾਤਰ ਵਿੱਚ ਸੰਸਾਰ ਦੇ ਜੀਵਾਂ ਨੂੰ ਉਹ ਪੈਦਾ ਕਰ ਦਿੰਦਾ, ਤੇ ਖਿਣ ਮਾਤਰ ਦੇ ਵਿੱਚ ਜੀਵ ਜੰਤੂਆਂ ਦੀ ਉਹ ਲੈਤਾ ਵੀ ਕਰਦਾ ਹੈ। ਲੱਖਾਂ ਹੀ ਨਿਤਾ ਪ੍ਰਤੀ ਇਸ ਧਰਤੀ ਉੱਤੇ ਜਨਮ ਲੈਂਦੇ ਨੇ, ਤੇ ਲੱਖਾਂ ਦੀ ਤਾਦਾਦ ਵਿੱਚ ਨਿਤਾ ਪ੍ਰਤੀ ਮੌਤਾਂ ਹੁੰਦੀਆਂ ਹਨ। ਇਹ ਸਾਰੀਆਂ ਵਾਹਿਗੁਰੂ ਦੀਆਂ ਖੇਡਾਂ ਨੇ। ਜ਼ਿੰਦਗੀ ਦੀ ਜਿਹੜੀ ਜੀਵਨ ਲੀਲਾ ਹੈ, ਪਤਾ ਨਹੀਂ ਕਿਸ ਮੋੜ ਤੇ ਜਾ ਕੇ ਸਮਾਪਤ ਹੋ ਜਾਣੀ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ। ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਜੀਵ ਦਾ ਸੰਸਾਰ ਵਿੱਚ ਆਉਣਾ ਹੋਇਆ, ਜਿਸ ਦਿਨ ਜਨਮ ਲੈ ਲਿਆ, ਤੇ ਉਹ ਡੇਟ, ਉਹ ਸਮਾਂ, ਉਹ ਮਹੀਨਾ, ਉਹ ਆਪਾਂ ਨੋਟ ਕਰ ਲਈ। ਸਾਡੇ ਮਾਤਾ ਪਿਤਾ ਨੇ, ਪਰਿਵਾਰ ਦੇ ਮੈਂਬਰਾਂ ਨੇ, ਉਹਦੇ ਰਾਹੀਂ ਅਸੀਂ ਜੀਵਨ ਦਾ ਫਿਰ ਨਿਰਵਾਹ ਕਰਦੇ ਕਿ ਹੁਣ ਮੈਂ 2 ਸਾਲ ਦਾ, 3 ਸਾਲ ਦਾ, 5 ਸਾਲ, 10 ਸਾਲਾਂ ਦਾ, 20, 30, 50 ਸਾਲ ਦਾ ਹੋ ਗਿਆ। ਜਨਮ ਦਿਨ ਹਰ ਸਾਲ ਮਨਾਏ ਜਾਂਦੇ ਨੇ। ਉਹਦੇ ਬਾਬਤ ਸਾਨੂੰ ਪਤਾ ਕਿ ਸਾਡੇ ਉਹ ਮਾਪਿਆਂ ਨੇ ਉਹ ਡੇਟਾਂ ਨੋਟ ਕੀਤੀਆਂ ਨੇ। ਪਰ ਜੇ ਕਿਸੇ ਨੂੰ ਇਹ ਪੁੱਛ ਲਿਆ ਜਾਵੇ, ਭਾਈ ਜਨਮ ਦਿਨ ਤਾਂ ਤੈਂ ਮਨਾ ਲਿਆ, ਪਰ ਤੈਨੂੰ ਇਹ ਪਤਾ ਤੇ ਤੇਰਾ ਮਰਨ ਦਿਨ ਕਿਸ ਦਿਨ ਹੋਵੇਗਾ? ਤੇਰਾ ਮਰਨ ਦਿਨ ਕਿਸ ਦਿਨ ਹੋਵੇਗਾ, ਤਾਂ ਮਰਨਾ ਕਿਹੜੀ ਤਰੀਕ ਨੂੰ ਹੈ, ਇਹਦੇ ਬਾਬਤ ਸਾਨੂੰ ਕਿਸੇ ਨੂੰ ਗਿਆਨ ਨਹੀਂ ਹੈ। ਇਹ ਗੁਰੂ ਸਾਹਿਬਾਨ ਜੀ ਜਾਣਦੇ ਨੇ। ਪਰ ਸੱਚਾਈ ਇਹ ਹੈ ਕਿ ਜਨਮ ਲੈਣ ਤੋਂ ਪਹਿਲਾਂ ਜੀਵ ਦਾ ਮਰਨਾ ਹੁੰਦਾ ਹੈ। ਗੁਰਬਾਣੀ ਵਿੱਚ ਆਪਾਂ ਪੜ੍ਹ ਲੈਂਦੇ ਆ ਸਤਿਗੁਰੂ ਜੀ ਦੇ ਬਚਨ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਪਹਿਲਾਂ ਇਹ ਤੂੰ ਨੋਟ ਕਰ ਲੈ ਕਿ ਤੈਂ ਮਰਨਾ ਹੈ, ਇਹ ਕਬੂਲ ਲੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਫਿਰ ਪਾਤਸ਼ਾਹ ਵੀ ਬਚਨ ਕਰਦੇ ਨੇ, ਕਹਿੰਦੇ ਇਹ ਯਾਦ ਰੱਖ ਕਿ ਇੱਕ ਦਿਨ ਮੈਂ ਮਰਨਾ ਹੈ, ਕਿਉਂਕਿ ਮੌਤ ਤੋਂ ਪਹਿਲਾਂ, ਜਨਮ ਤੋਂ ਪਹਿਲਾਂ ਜੀਵ ਦਾ ਮਰਨਾ ਹੁੰਦਾ, ਫਿਰ ਜਨਮ ਹੁੰਦਾ ਹੈ। ਇਸ ਕਰਕੇ ਇਹ ਸੱਚਾਈ ਹੈ। ਜੀਵਨ ਲੀਲਾ ਪਤਾ ਨਹੀਂ ਕਿਸ ਮੋੜ ਤੇ ਜਾ ਕੇ ਸਮਾਪਤ ਹੋ ਜਾਣੀ ਹੈ। ਜਿੰਨਾ ਸਮਾਂ ਸਾਨੂੰ ਮਿਲਿਆ ਨਾ, ਆਪਾਂ ਸਮੇਂ ਵਿੱਚ ਰਹਿ ਕੇ ਸਮੇਂ ਦੀ ਕਦਰ ਕਰੀਏ, ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਤੈਂ ਸਾਨੂੰ ਸਭ ਤੋਂ ਵੱਡੀ ਦਾਤ
ਤੰਦਰੁਸਤੀ ਦੇਣਾ ਕੀਤੀ ਹੈ। ਸਾਡੇ ਹੱਥ ਪੈਰ ਸਹੀ ਸਲਾਮਤ ਹਨ ਤੇ ਅਸੀਂ ਇਹਨਾਂ ਹੱਥਾਂ ਪੈਰਾਂ ਨਾਲ ਆਪਾਂ ਲੰਮੇ ਲੰਮੇ ਪੈਂਡੇ ਤੈਅ ਕਰ ਸਕਦੇ ਹਾਂ, ਵੱਡੇ ਵੱਡੇ ਕਾਰਜ ਹੱਥਾਂ ਨਾਲ ਹੋ ਸਕਦੇ ਨੇ। ਤੇ ਵਾਹਿਗੁਰੂ ਇਹ ਤੰਦਰੁਸਤੀ ਬਖਸ਼ਿਸ਼ ਕੀਤੀ ਹੈ। ਤੇ ਕਈ ਜੀਵ ਐਸੇ ਵੀ ਹਨ ਜਿਨ੍ਹਾਂ ਦੇ ਨਾ ਹੱਥ ਕੰਮ ਕਰਦੇ ਨੇ ਨਾ ਪੈਰ ਕੰਮ ਕਰਦੇ ਨੇ, ਉਹਨਾਂ ਦੀ ਕਿਰਿਆ ਵੀ ਕੋਈ ਹੋਰ ਹੀ ਸੋਧਦਾ ਗੁਰੂ ਸਵਾਰਿਓ, ਨਰਕਮੀ ਜ਼ਿੰਦਗੀ ਬਤੀਤ ਕਰਦੇ। ਉਹਨਾਂ ਵੱਲ ਦੇਖ ਕੇ ਸਾਨੂੰ ਗੁਰੂ ਚੇਤੇ ਆਉਣਾ ਚਾਹੀਦਾ, ਰੱਬ ਚੇਤੇ ਆਉਣਾ ਚਾਹੀਦਾ ਕਿ ਵਾਹਿਗੁਰੂ ਦੀਆਂ ਇਹ ਖੇਡਾਂ ਨੇ, ਕਿ ਵਾਹਿਗੁਰੂ ਤਾਂ ਸਾਨੂੰ ਬਿਨਾਂ ਮੰਗਿਆਂ ਸਭ ਕੁਝ ਦੇਣਾ ਕੀਤਾ ਹੈ। ਜਿੰਨਾ ਆਪਾਂ ਸ਼ੁਕਰ ਕਰ ਲਵਾਂਗੇ ਉਨਾ ਹੀ ਥੋੜ੍ਹਾ ਹੈ। ਤੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਤੂੰ ਸਾਰੀ ਸ੍ਰਿਸ਼ਟੀ ਦਾ ਨਾਥ ਹੈ, ਮਾਲਕ ਹੈ। ਤੇ ਅਗਲੀ ਪੰਕਤੀ 'ਚ ਪਾਤਸ਼ਾਹ ਬਚਨ ਕਰਦੇ ਹਨ, ਕਹਿੰਦੇ ਹੇ ਪਰਮਾਤਮਾ ਤੂੰ ਜਿਹੜਾ ਵਾਹਿਗੁਰੂ ਤੂੰ ਧਿਆਇਆ ਮੇਰਾ ਰਾਮ ਜਿਨ ਕੈ ਧੁਰ ਲੇਖ ਮਾਤ। ਹੇ ਵਾਹਿਗੁਰੂ ਤੈਨੂੰ ਉਹਨਾਂ ਜੀਵਾਂ ਨੇ ਧਿਆਣਾ ਕੀਤਾ ਹੈ, ਮੇਰੇ ਰਮੰਤੀ ਰਾਮ ਵਾਹਿਗੁਰੂ, ਜਿਨ੍ਹਾਂ ਦੇ ਮੱਥੇ ਦੇ ਧੁਰੋਂ ਦਰਗਾਹੋਂ ਲੇਖ ਲਿਖੇ ਹੋਏ ਨੇ। ਜਿਹੜੇ ਧੁਰੋਂ ਦਰਗਾਹੋਂ ਲਿਖਾ ਕੇ ਆਏ ਨੇ ਨਾ, ਉਹ ਫਿਰ ਕਮਾਈਆਂ ਕਰਦੇ ਸੰਸਾਰ ਵਿੱਚ, ਕਮਾਈ ਕਰਕੇ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਨੇ। ਉਹਨਾਂ ਜੀਵਾਂ ਦੇ ਮੁਖ ਉਜਲੇ ਹੋ ਜਾਂਦੇ ਨੇ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾ ਕਿ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਨੇ, ਉਹ ਸਤਿਕਾਰ ਹੁੰਦਾ ਉਹਨਾਂ ਸੰਸਾਰ ਵਿੱਚ। ਗੱਲ ਤਾਂ ਨਾਮ ਜਪਣ ਦੀ ਆ, ਪਰ ਮਾਲਕ ਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ, ਬੰਦਗੀ ਨਹੀਂ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਨੇ ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਿਗੇ, ਹੋਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵਹਿਗੇ। ਕਹਿੰਦੇ ਹੇ ਪਰਮਾਤਮਾ ਜਦੋਂ ਤੂੰ ਕਿਰਪਾ ਕਰੇ, ਰਹਿਮਤ ਕਰੇ, ਫਿਰ ਹੀ ਅਸੀਂ ਤਮਾਮ ਜੀਵ ਹਰੀ ਦੇ ਗੁਣਾਂ ਦਾ ਗਿਆਨ ਕਰ ਸਕਦੇ ਹਾਂ। ਤੇ ਤੇਰੀ ਰਹਿਮਤ ਨਾਲ ਹੀ ਸਭ ਕੁਝ ਹੋ ਜਾ ਸਕਦਾ ਹੈ। ਇਸ ਕਰਕੇ ਗੁਰੂ ਸਵਾਰਿਓ ਨਾਮ ਜਪਣ ਦੇ ਲਈ ਅਸੀਂ ਗੁਰੂ ਸਾਹਿਬਾਨ ਦੇ ਚਰਨਾਂ 'ਚ ਇਹ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੇ ਸਾਡੇ ਮੱਥੇ 'ਤੇ ਭਾਗ ਨਹੀਂ ਲਿਖੇ, ਮੱਥੇ ਉੱਤੇ ਸਾਡੇ ਨਹੀਂ ਲਿਖਿਆ ਕਿ ਨਾਮ ਨਹੀਂ ਜਪਣਾ, ਬੰਦਗੀ ਨਹੀਂ ਕਰਨੀ, ਤੇ ਸਤਿਗੁਰੂ ਕਿਰਪਾ ਕਰੋ ਆਪ ਜੀ ਹੁਣ ਲਿਖ ਦਿਓ, ਸਾਡੇ ਉੱਤੇ ਇਹ ਬਖਸ਼ਿਸ਼ ਕਰ ਦਿਓ ਤਾਂ ਕਿ ਅਸੀਂ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਕਿੰਨੇ ਗੁਰਸਿੱਖ ਐਸੇ ਨੇ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਕਮਾਈ ਕੀਤੀ ਤੇ ਕਮਾਈ ਕਰਕੇ ਗੁਰੂ ਸਵਾਰਿਓ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋਏ ਨੇ। ਪਤਾ ਨਹੀਂ ਜ਼ਿੰਦਗੀ 'ਚ ਕਦੋਂ ਪਲਟਾ ਵੱਜ ਜਾਣਾ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਸਿੱਖ ਭਾਈ ਗੋਂਦਾ ਜੀ ਸਿੱਖੀ ਦੇ ਪ੍ਰਚਾਰ ਵਾਸਤੇ ਸਤਿਗੁਰੂ ਜੀ ਨੇ ਬੜੀ ਦੂਰ ਕਾਬਲ ਕੰਧਾਰ ਵੱਲ ਭਾਈ ਗੋਂਦੇ ਜੀ ਨੂੰ ਭੇਜਿਆ ਹੋਇਆ ਤੇ ਸਿੱਖੀ ਦਾ ਪ੍ਰਚਾਰ ਕਰਦਾ, ਸੰਗਤ ਦੇ ਸਹਿਯੋਗ ਦੇ ਨਾਲ ਧਰਮਸ਼ਾਲਾ ਤਿਆਰ ਕੀਤੀ ਹੈ। ਨਿਤਾ ਪ੍ਰਤੀ ਗੁਰੂ ਸਵਾਰੇ ਪਹਿਰ ਰਾਤ ਰਹਿੰਦੇ ਤੋਂ ਜਾਗਣਾ, ਭਾਈ ਗੋਂਦੇ ਦਾ ਜੀਵਨ ਪਹਿਰ ਰਾਤ ਰਹਿੰਦੀ ਤੋਂ ਜਾਗਣਾ, ਇਸ਼ਨਾਨ ਇਤਿਆਦਿ ਕਰਕੇ ਚੌਂਕੜਾ ਮਾਰ ਕੇ ਅੰਤਰ ਧਿਆਨ ਹੋ ਕੇ ਬੈਠ ਜਾਣਾ। ਦੋਨੋਂ ਸਮੇਂ ਫਿਰ ਦੀਵਾਨ ਸਜਾਣੇ, ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਸੁਣਾਉਣਾ, ਗੁਰਬਾਣੀ ਦੀ ਵਿਆਖਿਆ ਕਰਨੀ, ਗੁਰੂ ਦੀਆਂ ਸਾਖੀਆਂ ਸੁਣਾਉਣੀਆਂ,
ये भाई साहब का जीवन ते संगत विच बड़ा सन्मान। एक दिन कहंदे भाई गोंदा जी बैठे, अमृत वेले उठे, इशनान इत्यादि कीता, धर्मशाला विच चौंकड़ा मार के बैठे हुए ने ते सुरती करके गुरु हरराय साहब महाराज दे चरण पकड़दे। सतगुरु महाराज कीरतपुर साहब की धरती ते विराजमान, संगतां सतगुरु की हजूरी च बैठियां ने, दर्शन दीदारे पातशाह दे रहे हैं संगतां नूं। पर अज ऐसी खेड वरती गुरु के दरबार विच कि ना तो गुरु साहबान ने कोई अपने शरीर का अंग हिलाया, ना अपने चरण हिलाना कीते, जड़ होके सतगुरु बैठे हुए ने। ते अमृत वेले तो भाई साहब जी बैठे, सवेर का समा हो गया। सवेर का समा होया ते सूरज दीयां किरणां धरती उत्ते आ गईयां, दिन चढ़ गया। जदों हुण दीवाना की समाप्ति हुंदी है ना, उस तो बाद फिर लांगरी सिख गुरु पातशाह दे कोल चल के आउंदा। वो सतगुरु बेनती करदा कि पातशाह जी आप जी लंगर तैयार है, लंगर नूं भोग लाना करो। जो सतगुरु छकदे ते नाल फिर सारियां संगतां छकदियां ने। अज संगतां पातशाह दे मुख वल देखदियां ने ते पातशाह बिल्कुल शांत बैठे हुए ने। ते लांगरी सिख चल के आया, कहन लग्या कि पातशाह लंगर तैयार है, आप जी कृपा करो भोग लावो। ते कोई वचन नहीं कीता। लांगरी सिख खलोता रहा, वापस चलिया गया। दूजी वारी फिर आया, फिर इसे तरीके नाल बेनती की कि पातशाह जी लंगर तैयार है, लंगर नूं भोग लावो। ते पातशाह फिर भी कुछ नहीं बोले। कहते इस तरह काफ़ी समा लंघ गया। उधरों भाई गोंदे की समाधि खुली, इधरों सतगुरु जी ने अपने शरीरां दे अंगां नूं हिलाना कीता ते सिख चल के आया। तीजी वारी फिर बेनती की कि पातशाह लंगर तैयार है, लंगर छकना करो। ते सतगुरु कहण चलो भाई लंगर छकीए। गुरु की पंगत सज गई। पंगत विच पातशाह आप बैठे संगत दे नाल, लंगर प्रसाद छकिया। लंगर प्रसाद छक के तृप्त होए। जदों सतगुरु ने चूड़ा कीता ते संगत ने फिर सतगुरु दे चरनां सवाल कर लिया। सवाल कीता है, कहन लगे कि पातशाह अज की गल सी? दीवान सजे, पर सजे दीवाना विच पातशाह आप जी ने अपने मुखारबिंद तो कोई वचन नहीं कीता, संगत नूं वचन नहीं सुनाया। ते ना ही पातशाह आप जी ने अपने शरीर का कोई अंग हिलाया। ते लांगरी सिख आप जी नूं बार बार बेनतियां करदा सी लंगर छकने, पर पातशाह आप जी नहीं बोले, वचन नहीं कीता। तीसरी बारी जदों आखण लई आया तां आप जी उदों तैयार होए ने। की कारण सी? ते धन गुरु हरराय साहब महाराज कहण लगे असी अपने सिख नूं बड़ी दूर सिੱਖੀ ਦਾ प्रचार करन वास्ते भेजिया। वो सिख नाम रसीया बाणी पढ़न वाला है। अमृत वेले उठिया, शब्द सुरती का समेल हो गया ते साडे चरणां दा उत्थों बैठिया ने ध्यान धार लिया कीरतपुर साहब का, जिथे अज गुरुद्वारा शीश महल साहब बनिया होया। कहते इत्थे ध्यान धारण कीता ते साडे चरण पकड़ ले ध्यान दे राही। हुण जे असी अपने शरीर नूं हिलाउंदे कोई अंग हिलदा ते भाई गोंदे दी समाधि खुलणी सी, जिस करके असी इसे तरह अडोल चित्त बैठे रहे। सिख सुन के आश्चर्य हो गए, हैरान हो गए। जिहड़े शरधा भावना वाले सन वो तो कहण लगे ठीक है कि गुरु पातशाह दे प्यारे इसे तरह सतगुर दे निर्गुण ते सरगुण चरणों में पकड़ लेंदे ने।
पर ਜਿਹੜੇ ਵਿੱਚ ਸ਼ੰਕਾ ਕਰਨ ਵਾਲੇ ਸਨ, ਅੱਜ ਵੀ ਸ਼ੰਕਾ ਵਾਲੇ ਬਹੁਤ ਸਾਰੇ, ਜਦ ਗੁਰੂ ਇਤਿਹਾਸ ਦੀਆਂ ਸਾਖੀਆਂ ਸੁਣਨੀਆਂ, ਗੁਰਬਾਣੀ ਦੀ ਵਿਚਾਰ ਸੁਣਨੀ, ਕਈ ਗੁਰਬਾਣੀ ਉੱਤੇ ਕਿੰਤੂ ਪ੍ਰੰਤੂ ਕਰੀ ਜਾ ਰਹੇ ਨੇ। ਸਿੱਖ ਇਤਿਹਾਸ, ਗੁਰ ਇਤਿਹਾਸ ਕਿੰਤੂ ਪ੍ਰੰਤੂ ਕਰਦੇ ਨੇ। ਤੋ ਉਹ ਲੋਕ ਕਹਿੰਦੇ ਅਸੀਂ ਸਿਆਣੇ ਆ ਤੇ ਸਤਿਗੁਰੂ ਸਿਆਣੇ ਨਹੀਂ ਸੀ। ਇਹੋ ਜਿਹੀ ਸੋਚ ਬਣ ਗਈ ਲੋਕਾਂ ਦੀ। ਤੇ ਉਦੋਂ ਵੀ ਸਤਿਗੁਰਾਂ ਦੇ ਸਮੇਂ ਵੀ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਸਤਿਗੁਰ ਦੇ ਬਚਨ ਸੁਣੇ, ਕਹਿਣ ਲੱਗੇ ਇਸ ਤਰ੍ਹਾਂ ਹੋ ਸਕਦਾ ਹੈ, ਇੰਝ ਕਿਵੇਂ ਹੋ ਸਕਦਾ? ਕਿੱਥੇ ਉਹ ਕਾਬਲ ਕੰਧਾਰ ਕਸ਼ਮੀਰ ਦੇ ਇਲਾਕੇ ਵੱਲ ਭਾਈ ਗੋਂਦਾ ਜੀ ਹਨ ਤੇ ਸਤਿਗੁਰੂ ਇੰਨੀ ਦੂਰ ਤੇ ਬੈਠੇ ਨੇ ਕੀਰਤਪੁਰ ਸਾਹਿਬ ਧਰਤੀ ਤੇ, ਉੱਥੋਂ ਚਰਨਗੇ ਪਕੜੇ ਜਾ ਸਕਦੇ ਨੇ। ਤੇ ਸਿਆਣੇ ਕਹਿਣ ਲੱਗੇ ਸ਼ੰਕਾ ਨਾ ਕਰੋ ਗੁਰੂ ਉੱਤੇ, ਤੁਸੀਂ ਇੰਝ ਕਰੋ, ਤੁਸੀਂ ਇਹ ਸਮਾਂ ਨੋਟ ਕਰ ਲਵੋ, ਤਰੀਕ ਨੋਟ ਕਰ ਲਵੋ। ਭਾਈ ਗੋਂਦਾ ਜੀ ਸਾਲ ਵਿੱਚ 2 ਵਾਰੀ 6 ਮਹੀਨੇ ਬਾਅਦ ਸਾਲਾਂ ਬੱਧੀ ਸਤਿਗੁਰ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸੰਗਤ ਦੇ ਸਹਿਤ ਆਉਂਦੇ ਨੇ। ਜਿੰਨੀ ਵੀ ਦਸਵੰਧ ਦੀ ਰਕਮ ਹੁੰਦੀ ਹੈ ਉਹ ਸਤਿਗੁਰ ਦੇ ਚਰਨਾਂ 'ਚ ਅਰਪਣ ਕਰਕੇ ਫਿਰ ਵਾਪਸ ਮੁੜ ਜਾਂਦੇ ਨੇ। ਜਦੋਂ ਭਾਈ ਗੋਂਦਾ ਜੀ ਆਉਣਗੇ, ਨਾਲ ਸੰਗਤਾਂ ਆਉਣਗੀਆਂ, ਤੇ ਆਪਾਂ ਸੰਗਤਾਂ ਪਾਸੋਂ ਪੁੱਛਾਂਗੇ ਕਿ ਫਲਾਣੇ ਦਿਨ ਭਾਈ ਗੋਂਦਾ ਜੀ ਕੀ ਕਰਦੇ ਸਨ। ਕਹਿੰਦੇ ਉਹ ਸਮਾਂ, ਉਹ ਤਰੀਕ ਨੋਟ ਕਰ ਲਈ। ਤੇ ਕੁਝ ਕੁ ਦਿਨਾਂ ਬਾਅਦ ਭਾਈ ਗੋਂਦਾ ਜੀ ਸੰਗਤ ਨਾਲ ਤਿਆਰ ਹੋਏ, ਕ੍ਰਮਵਾਰ ਪੈਂਡਾ ਤੈਅ ਕਰਦੇ ਹੋਏ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ। ਤਿਲ ਫੁੱਲ ਭੇਟਾਵਾਂ ਅਰਪਣ ਕੀਤੀਆਂ, ਸਤਿਗੁਰ ਦੀ ਬਖਸ਼ਿਸ਼ ਦੇ ਪਾਤਰ ਬਣੇ। ਫਿਰ ਜਿਹੜੇ ਸ਼ੰਕਾਵਾਦੀ ਸਨ, ਉਹਨਾਂ ਨੇ ਉਸ ਸਮੇਂ ਉੱਥੋਂ ਦੀ ਸੰਗਤ ਨੂੰ ਸਵਾਲ ਕੀਤਾ ਕਿ ਜਿਵੇਂ ਕਿ ਫਲਾਣੇ ਦਿਨ ਆਹ ਤਰੀਕ ਸੀ, ਆਹ ਸਮਾਂ ਸੀ, ਇਸ ਦਿਨ ਭਾਈ ਗੋਂਦਾ ਜੀ ਕੀ ਕਰਦੇ ਸੀ? ਤੇ ਸੰਗਤ ਨੇ ਦੱਸਣਾ ਕੀਤਾ, ਕਿਉਂਕਿ ਅੱਜ ਕੱਲ੍ਹ ਦਾ ਸਮਾਂ ਨਹੀਂ ਸੀ। ਅੱਜ ਕੱਲ੍ਹ ਦਾ ਆਪਾਂ ਕੋਈ ਗੱਲਬਾਤ ਝੂਠ ਬੋਲਣਾ ਹੋਵੇ ਨਾ, ਇੱਥੋਂ ਮੋਬਾਇਲ 'ਤੇ ਕਹਿ ਦਈਏ ਕਿ ਤੂੰ ਆਹ ਗੱਲ ਕਹਿ ਦੇਵੀਂ, ਤੈਨੂੰ ਆ ਕੇ ਪੁੱਛਣਗੇ ਤੂੰ ਆਪਣੇ ਮੁੱਖੋਂ ਆਹ ਗੱਲ ਆਖਣੀ ਹੈ, ਉਹ ਦੂਜੀ ਨਹੀਂ ਆਖਣੀ। ਅੱਜ ਜੋ ਕਿ ਝੂਠ ਬੋਲਿਆ ਜਾ ਸਕਦਾ, ਉਦੋਂ ਕੋਈ ਟੈਲੀਫੋਨ ਕੁਝ ਨਹੀਂ ਸੀ। ਤੇ ਉਦੋਂ ਭਾਈ ਗੋਂਦ ਜਦੋਂ ਸੰਗਤਾਂ ਨੂੰ ਪੁੱਛਿਆ ਤੇ ਸੰਗਤ ਆਖਣ ਲੱਗੀ ਕਿ ਉਸ ਦਿਨ ਤਾਂ ਭਾਈ ਗੋਂਦਾ ਜੀ ਸਮਾਧੀ ਵਿੱਚ ਬੈਠੇ ਰਹੇ, ਨਾ ਕੋਈ ਬਚਨ ਵਿਲਾਸ ਕੀਤਾ, ਨਾ ਗੁਰੂ ਕਥਾ ਸੁਣਾਈ ਹੈ, ਨਾ ਕੋਈ ਬਾਣੀ ਪੜ੍ਹੀ ਹੈ। ਇਸ ਤਰ੍ਹਾਂ ਚੌਂਕੜਾ ਮਾਰ ਕੇ ਅੰਤਰ ਧਿਆਨ ਹੋ ਕੇ ਬੈਠੇ ਰਹੇ। ਕਹਿਣ ਲੱਗੇ ਕਿੰਨੇ ਕਿਰਨ ਕਦੋਂ ਸਮਾਧੀ ਖੋਲ੍ਹਣਗੇ? ਜਦੋਂ ਸੂਰਜ ਚੜ੍ਹ ਗਿਆ ਸੀ, ਕਹਿੰਦੇ ਸੂਰਜ ਦੀਆਂ ਕਿਰਨਾਂ ਧਰਤੀ ਉੱਤੇ ਪੈ ਗਏ, ਦਿਨ ਚੜ੍ਹਨ ਵਾਲਾ ਸੀ। ਇੰਨਾ ਲੰਮਾ ਸਮਾਂ ਭਾਈ ਗੋਂਦਾ ਜੀ ਦੀਵਾਨਾਂ ਵਿੱਚ ਚੌਂਕੜਾ ਮਾਰ ਕੇ ਬੈਠੇ ਰਹੇ। ਫਿਰ ਇਹਨਾਂ ਲੋਕਾਂ ਨੂੰ ਤਸੱਲੀ ਹੋਈ ਕਿ ਵਾਕਈ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਨਿਰਗੁਣ ਸਰਗੁਣ ਚਰਨ ਜਿਹੜੇ ਨੇ ਉਹ ਭਾਈ ਗੋਂਦਾ ਜੀ ਨੇ ਸਿਮਰਨ ਦੀ ਤਾਕਤ ਨਾਲ ਪਕੜਨਾ ਕੀਤੇ ਸਨ, ਜਿਸ ਕਰਕੇ ਸਤਿਗੁਰੂ ਜੀ ਅਡੋਲ ਚਿੱਤ ਰਹੇ। ਸਤਿਗੁਰੂ ਇਸੇ ਤਰ੍ਹਾਂ ਬੈਠੇ ਰਹੇ। ਤੇ ਗੁਰੂ ਸਰ ਇਹ ਸਿਮਰਨ ਦੀ ਤਾਕਤ ਹੈ। ਜਦੋਂ ਜੀਵ ਸਿਮਰਨ ਕਰਦਾ ਤੇ ਸਿਮਰਨ ਕਰਨ ਦੀਆਂ ਜਿਹੜੀਆਂ ਕਿਰਨਾਂ ਹੁੰਦੀਆਂ ਨੇ ਇਹ ਕਾਫੀ ਦੂਰ ਤੱਕ ਪਹੁੰਚ ਜਾਂਦੀਆਂ ਨੇ। ਖਿਆਲ ਮਨ ਦੇ ਨੇ। ਮਨ ਆਪ ਦੇਖੋ, ਜਿਵੇਂ ਮਨ ਸਾਡਾ ਜਿਹੜਾ, ਜਿਵੇਂ ਆਪਾਂ ਗੁਰੂ ਕੀ ਹਜ਼ੂਰੀ 'ਚ ਬੈਠੇ ਹੋਏ ਹਾਂ, ਮਨ ਸਾਡਾ ਹਵਾ ਨਾਲੋਂ ਤੇਜ਼ ਦੌੜਦਾ ਹੈ। ਇਹ ਮਨ ਸਕਿੰਟਾਂ ਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ ਦੀ ਯਾਤਰਾ ਕਰ ਲੈਂਦਾ। ਜੇ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਇਹ ਮਨ ਕਰ ਸਕਦਾ, ਜਦੋਂ ਇਹੀ ਮਨ ਗੁਰਮਤਿ ਦਾ ਧਾਰਨੀ ਬਣ ਜਾਵੇ ਤੇ ਆਪਾਂ ਘਰ ਵਿੱਚ ਬੈਠੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰਨ ਕਰ ਲਈਏ ਤੇ ਗੁਰੂ ਦੇ ਚਰਨਾਂ ਨੂੰ ਫਿਰ ਇਹੀ ਮਨ ਪਕੜ ਵੀ ਸਕਦਾ ਹੈ। ਗੱਲ ਤਾਂ ਧਿਆਨ ਦੀ ਹੈ ਨਾ। ਧੰਨ ਗੁਰੂ ਅਰਜਨ ਦੇ ਮਹਾਰਾਜ ਬੜੀ ਸੁੰਦਰ ਉਦਾਹਰਨ ਦੇਣਾ ਕੀਤੀ। ਆਪ ਜੀ ਤਕਰੀਬਨ ਜਿਹੜੇ ਸੋਦਰ ਦੀ ਬਾਣੀ ਪੜ੍ਹਦੇ ਨੇ, ਉਹਨਾਂ ਨੇ ਸੁਣਿਆ ਹੈ, ਪੜ੍ਹਦੇ ਵੀ ਹਨ ਤੇ ਸਤਿਗੁਰੂ ਬਚਨ ਕਰਦੇ ਹਨ ਕਿ ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜਾਂ ਦੀ ਉਦਾਹਰਨ ਦੇਣਾ ਕੀਤੀ ਹੈ
कि कूंजा हज़ारां मील की दूरी ते उड़ के आ जांदियां ने ते पिछे उन्हां दे बच्चे जिहड़े ने ना वो इस तरह रहिंदे ने। उन्हां नूं कौन चोगा छकाउंदा, कौन उन्हां दी संभाल करदा। ते पातशाह कहंदे मन मह सिमरन करिया, कूंजा ने मन विच सिमरन कीता। सिमरन दी ताकत दे नाल ही वो जिहड़ी खुराक है उन्हां बच्चियां तक पहुँचदी, उनकी पालना पोषणा हो रही है। जिथे सतगुरु जी ने गुरबाणी सानूं समझाणा कीता ना, उत्थे बहुत सारे इहो जे सिख भी सन जिहड़े सिमरन की ताकत दे नाल गुरु सवारिओ गुरु पातशाह दे चरनां विच आके सेवावां करदे सन ते घर विच अपने बच्चिआं दी संभाल भी करदे सी। एक बीबी जदों गुरु अमरदास पातशाह के दरबार विच बौली की सेवा चली गोविंदवाल साहिब धरती ते गुरु सवारिओ वो बीबी जिहदा नाम माई सेवा करके सेवकी तो सेवा बनिया ते वो जदों माई आउंदी है सेवा करदी, टोकरे भर भर के मिट्टी दे बाहर सुटदी है ते कई बारी वो माई बैठी हुई इस तरह जिहड़ी जे किरिया करदी जिवें मानो बैठी हुई बच्चे नूं गोच लै खिडाउंदी होवे, बच्चे नूं दुध चंगाउंदी होवे। ते सिख देख के बड़े हैरान होए कि ये की खेड है, एक ही खेड है। 2-4 दिन 10 दिन सिखां ने देखिया, फिर सतगुरु महाराज के चरणों च सवा बेनती की कि पातशाह एक माई आउंदी है, इस तरीके नाल वो अपना सेवा बड़ी करती है तो संध्या वेले सतगुरु चली जाती है। पर सतगुरु जी इस तरह वो खेडां खेडदी कि जिवें मानो गोच बच्चा लिया हो बच्चे नूं खिडाउंदी है, जे माँ बच्चे दुध चंगाउंदी, इस तरह की सारी वो किरिया करती है। सतगुरु समझ नहीं आती, बच्चा कोई गोद विच नहीं है। तो धन गुरु अमरदास पातशाह महाराज ने बचन किए, कहन लगे ये माई बड़ी दूरों चल के आउंदी है, घर दे विच इहदा बच्चा छोटा बच्चा भंगूड़े विच पा के आउंदी, जदों बच्चा रोंदा है कहंदे उदों जिवें माईयां भंगूड़े नूं हिलाउंदियां ने ना, सतगुरु कहन लगे इस तरीके नाल कहंदे ये भंगूड़े नूं हिलाउंदी है ते सिमरन की ताकत नाल भंगूड़ा हिलदा है। गुरु अमरदास पातशाह दे बचन ने कहंदे फिर जदों भुख लगदी है ते इत्थे ये किरिया करदी है ते बच्चे नूं कहंदे दुध चंगाउंदी है ते वो जिहड़ा खुराक है बच्चे तक पहुँचदी है ते इन्नी सिमरन च ताकत है। ते गुरु सर उसे ही माई सेवा तो सतगुरु प्रसन्न होए, सेवकी तो सेवा बनी ते उहदे नाम तो सतगुरु जी ने बाजार जिहड़ा सी रामदास नगरी च बनिया सी माई सेवा बाजार। तो ये सतगुरु जी दे इस सिमरन की ताकत है। जे सतगुरु कहंदे ने ऊडे उड आवै सै कोसा तिस पातशाह बचरे शरिया, तिन कबण खिलावै कबण चुगावै, मन में सिमरन करिया। ते सतगुरु ने वो सिद्ध करके सुना कीता, प्रैक्टिकल किया कि देखो भाई इस तरह सिमरन की ताकत नाल सब कुछ हो सकता है। सिमरन ही एक ऐसा है, क्योंकि जदों प्रभु का प्यारा प्रभु नूं चेते करदा, गुरु नूं चेते करदा, सिमरन करदा सतगुरु जी का, सतगुरु देशां विदेशां च बैठे हुंदे ने ते सतगुरु पर सिख नूं दर्शन दीदारे देण दे लई उहदे कोल आके पहुँच जाते हैं। किवें पहुँचते हैं? वो सिमरन की ताकत है, सिमरन की खिच ऐसी है। सिमरन दे नाल ही गुरु सरे सब कुछ हुंदा है। इसे करके भगत रविदास साहबान जी वचन करते हैं, कहते चित सिमरन करो नैन अवलोकनो, श्रवण बाणी सुजस पूर्व पाखो, मन सो मद कर करो चरण हिरदय धरो, अमृत बाणी राम नाम भाखो। ते भगत जी कहते ने चित्त विच सिमरन करना करो, नैणा दे नैण अवलोकनो, नैणा दे नाल उस मालक दे दीदार करना करो।
ਤੇ ਕੰਨਾਂ ਨਾਲ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਸੁਣਨੀ। ਕੰਨਾਂ ਦੇ ਨਾਲ ਭਾਈ ਉਸ ਮਾਲਕ ਦਾ ਜਸ, ਮਾਲਕ ਦੀ ਵਡਿਆਈ ਸੁਣਨਾ ਕਰੋ। ਇਸੇ ਪ੍ਰਕਾਰ ਮਨ ਸੋ ਮਦ ਕਰ ਕਰੋ, ਮਨ ਨੂੰ ਕਹਿੰਦੇ ਭੋਰਾ ਬਣਾਉਣਾ ਕਰੋ। ਤੇ ਇਸ ਮਨ ਦੇ ਰਾਹੀਂ ਹੀ ਮਨ ਨੂੰ ਭੋਰਾ ਬਣਾ ਕੇ ਕਹਿੰਦੇ ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ ਕਰੋ। ਤੇ ਗੁਰੂ ਸਵਾਰੇ ਇਹ ਸਿਮਰਨ ਦੇ ਰਾਹੀਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰਦੇਵ ਪਿਤਾ ਜੀ ਬਚਨ ਕਰਦੇ, ਕਹਿੰਦੇ ਪਰ ਸਿਮਰਨ ਉਹ ਕਰਦੇ ਨੇ, ਉਹ ਤੈਨੂੰ ਧਿਆਉਂਦੇ ਨੇ ਜਿਨ੍ਹਾਂ ਦੇ ਧੁਰੋਂ ਤਿੰਨ ਤੂੰ ਧਿਆਇਆ ਮੇਰਾ ਰਾਮ, ਜਿਨ ਕੈ ਧੁਰ ਲੇਖ ਮਾਤ। ਹੇ ਮੇਰੇ ਰਾਮ, ਜਿਨ੍ਹਾਂ ਦੇ ਧੁਰੋਂ ਦਰਗਾਹੋਂ ਮੱਥੇ ਦੇ ਲੇਖ ਲਿਖੇ ਹੁੰਦੇ ਨੇ ਨਾ, ਅਸਲ ਵਿੱਚ ਉਹ ਤੈਨੂੰ ਧਿਆਉਂਦੇ ਹਨ, ਤੈਨੂੰ ਧਿਆ ਕੇ ਤੇਰੇ ਵਿੱਚ ਲੀਨ ਹੋ ਜਾਂਦੇ ਹਨ। ਜਿਨ ਕੋ ਧੁਰ ਹਰ ਲਿਖਿਆ ਸੁਆਮੀ, ਤਿਨ ਹਰ ਹਰ ਨਾਮ ਅਰਾਧਿਆ। ਹੇ ਸੁਆਮੀ, ਹੇ ਮਾਲਕ ਪ੍ਰਭੂ ਜੀ, ਜਿਨ੍ਹਾਂ ਦਾ ਧੁਰੋਂ ਦਰਗਾਹੋਂ ਮੱਥੇ ਦਾ ਲੇਖ ਹਰੀ ਨੇ ਲਿਖਿਆ ਹੁੰਦਾ ਨਾ, ਉਹ ਫਿਰ ਆਪ ਜੀ ਦੀ ਕਿਰਪਾ ਸਦਕਾ ਤਿੰਨ ਹਰ ਹਰ ਨਾਮ ਅਰਾਧਿਆ। ਉਹਨਾਂ ਗੁਰਮੁਖਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਅਰਾਧਨਾ ਕੀਤਾ ਹੈ। ਭਾਵ ਕਹਿਣ ਦਾ ਕਿ ਪ੍ਰਭੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ। ਅੰਮ੍ਰਿਤ ਵੇਲੇ ਉੱਠਦੇ ਆ, ਸਤਿਗੁਰੂ ਚੌਂਕੜਾ ਮਾਰ ਕੇ ਬਿਠਾਉਂਦੇ ਨੇ, ਬਾਣੀ ਪੜ੍ਹਾਉਂਦੇ, ਸਿਮਰਨ ਕਰਾਉਂਦੇ। ਮਤਾ ਮਨ 'ਚ ਇਹ ਖਿਆਲ ਲਿਆਣਾ ਕਿ ਮੈਂ ਉੱਠਦਾ ਹਾਂ। ਤੂੰ ਨਹੀਂ ਉੱਠਦਾ, ਤੈਨੂੰ ਗੁਰੂ ਉਠਾਉਂਦਾ ਹੈ। ਕੀ ਪਤਾ ਸੁੱਤਾ ਪਿਆ ਸਰੀਰ ਨੂੰ ਕੋਈ ਰੋਗ ਲੱਗ ਜਾਵੇ, ਤੇਰੇ 'ਚ ਉੱਠਣ ਦੀ ਤੇਰੇ ਕੋਲ ਤਾਕਤ ਨਾ ਰਵੇ, ਫਿਰ ਤੂੰ ਕੀ ਕਰ ਲਵੇਗਾ। ਉੱਠਦਾ ਹੈ, ਤੈਨੂੰ ਗੁਰੂ ਉਠਾ ਰਿਹਾ। ਗੁਰੂ ਤੇਰੀ ਬਾਂਹ ਪਕੜਦਾ, ਉੱਠ ਸਿੱਖਾ ਉੱਠ। ਸੌਣ ਦਾ ਸਮਾਂ ਨਹੀਂ, ਨਾਮ ਜਪਣ ਦਾ ਸਮਾਂ ਹੈ। ਗੁਰੂ ਜਦੋਂ ਬਾਹੋਂ ਪਕੜ ਕੇ ਉਠਾਉਂਦਾ ਤੇ ਸਿੱਖ ਉੱਠ ਕੇ ਬੈਠ ਜਾਂਦਾ। ਜਿਹੜੇ ਨਹੀਂ ਉੱਠਦੇ ਹਨ ਉਹ ਸਮਝ ਲਵੋ ਕਿ ਉਹਨਾਂ ਉੱਤੇ ਗੁਰੂ ਦੀ ਹਾਲੇ ਕਿਰਪਾ ਨਹੀਂ ਹੋਈ, ਰਹਿਮਤ ਨਹੀਂ ਹੋਈ। ਪਰ ਕਈ ਵਾਰੀ ਐਸਾ ਹੁੰਦਾ ਕਿ ਜਦੋਂ ਅੰਮ੍ਰਿਤ ਵੇਲੇ ਕੋ ਉੱਠੇ, ਬਾਣੀ ਪੜ੍ਹੇ, ਸਿਮਰਨ ਕਰੇ, ਚੰਗੀ ਗੱਲ ਹੈ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸਮਾਂ ਨਹੀਂ ਸੰਭਾਲਿਆ ਜਾ ਸਕਦਾ। ਉਹਦੇ ਅੰਦਰ ਮੈਂ ਪੈਦਾ ਹੋ ਜਾਂਦੀ ਕਿ ਮੈਂ ਉੱਠਦਾ। ਉਹ ਕੋਈ ਜਦੋਂ ਚਾਰ ਬੰਦੇ ਖਲੋਤੇ ਹੁੰਦੇ ਨਾ, ਕੋਈ ਪੁੱਛਦਾ ਕੋਈ ਹੈ ਨਹੀਂ, ਤੇ ਆਪ ਹੀ ਆਖਣ ਲੱਗ ਕਿ ਮੈਂ ਤਾਂ ਜੀ ਇੰਨੇ ਵਜੇ ਉੱਠ ਜਾਂਦਾ, ਮੈਂ ਰਾਤ ਨੂੰ 1 ਵਜੇ ਉੱਠਦਾ, ਤੇ ਇੰਨਾ ਮੈਂ ਇਸ਼ਨਾਨ ਕਰਕੇ ਫਿਰ ਮੈਂ ਬਹਿ ਜਾਂਦਾ ਚੌਂਕੜਾ ਮਾਰ ਕੇ। ਮੈਂ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ, ਮੂਲ ਮੰਤਰ ਦੀਆਂ ਇੰਨੀਆਂ ਮਾਲਾ ਕਰ ਲੈਂਦਾ ਹਾਂ। ਆਪਣੀ ਸਿਫਤ ਕਰਨ ਲੱਗ ਪੈਂਦਾ ਕਿ ਮੈਂ ਆਹ ਕਰਦਾ, ਮੈਂ ਆਹ ਕਰਦਾ। ਮੈਨੂੰ ਮਿਟਾਉਣ ਵਾਸਤੇ ਤਾਂ ਅੰਮ੍ਰਿਤ ਵੇਲੇ ਸ਼ੁਰੂਆਤ ਕੀਤੀ ਸੀ, ਨਾਮ ਜਪਣਾ ਸ਼ੁਰੂ ਕੀਤਾ ਸੀ, ਪਰ ਮੈਂ ਫਿਰ ਅੱਗੇ ਆ ਕੇ ਖਲੋਤੀ ਹੈ। ਫਿਰ ਦੱਸੋ ਗੁਰੂ ਦੀ ਕਿਰਪਾ ਸਾਡੇ ਉੱਤੇ ਹੋਈ ਹੈ ਕਿ ਨਹੀਂ ਹੋਈ ਹੈ। ਜੇ ਅੰਦਰ ਮੈਂ ਹੈ ਨਾ, ਸਮਝ ਲਓ ਫਿਰ ਗੁਰੂ ਦੀ ਕਿਰਪਾ ਸਾਡੇ ਉੱਤੇ ਨਹੀਂ ਹੈ। ਸਤਿਗੁਰੂ ਨੇ ਉਠਾ ਤਾਂ ਦਿੱਤਾ ਏ, ਪਰ ਗੁਰੂ ਦੀ ਕਿਰਪਾ ਨੂੰ ਫਿਰ ਇਹ ਸੰਭਾਲ ਨਹੀਂ ਸਕਿਆ। ਗੁਰੂ ਦੀ ਜੇ ਉੱਠੇ ਤੇ ਗੁਰੂ ਦਾ ਸ਼ੁਕਰ ਕਰੋ। ਪੰਥ ਰਤਨ ਸੰਤ ਸਿੰਘ ਮਸਕੀਨ ਜੀ ਬਚਨ ਕਰਦੇ ਹੁੰਦੇ ਸਨ, ਕਹਿੰਦੇ ਜਦੋਂ ਇਹ ਬੰਦੇ ਰਾਤ ਤੋਂ ਸੋਹਲੇ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਸੁੱਤਾ, ਸਵੇਰ ਹੋਈ, ਤੇਰੀ ਜਾਗ ਖੁੱਲੀ, ਨੇਤਰ ਖੋਲੇ ਤੈਂ, ਉੱਠਦਿਆਂ ਸਾਰ ਹੀ ਕਹਿੰਦੇ ਤੂੰ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰ, ਧੰਨਵਾਦ ਕਰ। ਧੰਨਵਾਦ ਕਰਦਿਆਂ ਹੋਇਆਂ ਅਰਦਾਸ ਵਿੱਚ ਇਹ ਸ਼ਬਦ ਵਰਤਣੇ ਨੇ ਕਿ ਮੇਰੇ ਮਾਲਕ, ਹੇ ਮੇਰੇ ਪ੍ਰਭੂ ਜੀ, ਤੁਸਾਂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਮੈਨੂੰ ਇੱਕ ਦਿਨ ਹੋਰ ਜਿਉਣ ਵਾਸਤੇ ਦੇ ਦਿੱਤਾ ਏ। ਇੱਕ ਦਿਨ ਹੋਰ ਜਿਉਣ ਵਾਸਤੇ ਦਿੱਤਾ ਏ। ਤੇ ਕਹਿੰਦੇ ਇਸ ਤਰੀਕੇ ਨਾਲ ਸ਼ੁਕਰਾਨਾ ਕਰੋ ਵਾਰ-ਵਾਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਰ ਉਹ ਧਿਆਉਂਦੇ ਨੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ
कि ਜਿਹੜੇ हे परमात्मा जिन्हां उत्ते तेरी किरपा हुंदी ने, ਜਿਹੜੇ ਧੁਰੋਂ ਦਰਗਾਹੋਂ ਮੱਥੇ ਦੇ ਲੇਖ ਲਿਖਾ ਕੇ ਆਉਂਦੇ ਹਨ, ਤਿੰਨ ਹਰ ਹਰ ਨਾਮ ਅਰਾਧੇ ਆ, ਉਹਨਾਂ ਜੀਵਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਅਰਾਧਨਾ ਕੀਤਾ ਹੈ। ਤਿੰਨ ਕੇ ਪਾਪ ਇੱਕ ਨਿਮਖ ਸਭ ਲਾਥੇ, ਜਿਨ ਗੁਰ ਬਚਨੀ ਹਰ ਜਾਪਿਆ। ਸਤਿਗੁਰੂ ਜੀ ਜੀਵਨ ਕਾਲ 'ਚ ਵਿਚਰਦਿਆਂ ਹੋਇਆਂ ਜੀਵ ਤੋਂ ਛੋਟੇ ਵੱਡੇ ਅਨੇਕਾਂ ਪ੍ਰਕਾਰ ਦੇ ਪਾਪ ਹੋ ਜਾਂਦੇ ਨੇ, ਗਲਤ ਕੰਮ ਹੋ ਜਾਂਦੇ ਨੇ। ਮੇਰੇ ਪਾਤਸ਼ਾਹ ਜੀ ਉਹ ਜਿਹੜੇ ਕੀਤੇ ਹੋਏ ਪਾਪ ਨੇ, ਕੀਤੇ ਹੋਏ ਗੁਨਾਹ ਨੇ, ਕੀ ਉਹ ਬਖਸ਼ੇ ਜਾ ਸਕਦੇ ਹਨ? ਤੇ ਸਤਿਗੁਰੂ ਕਹਿੰਦੇ ਹਾਂ ਭਾਈ ਬਖਸ਼ੇ ਜਾ ਸਕਦੇ ਨੇ। ਕਹਿੰਦੇ ਕਿਹੜਾ ਤਰੀਕਾ ਹੈ ਸਤਿਗੁਰੂ ਬਖਸ਼ਣ ਦਾ? ਕਹਿੰਦੇ ਜਿਨ੍ਹਾਂ ਨੇ ਜਿਨ ਗੁਰ ਬਚਨੀ ਹਰ ਜਾਪਿਆ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਧਾਰਨੀ ਬਣ ਕੇ ਹਰੀ ਨੂੰ ਜਪਣਾ ਕੀਤਾ ਨਾ, ਹਰੀ ਦੀ ਅਰਾਧਨਾ ਕੀਤੀ ਹੈ। ਤਿੰਨ ਕੇ ਪਾਪ ਇੱਕ ਨਿਮਕ ਸਭ ਲਾਥੇ। ਨਿਮਕ ਕਹਿੰਦੇ ਨੇ ਅੱਖ ਝਮਕਣ ਤੋਂ ਪਹਿਲਾਂ ਦਾ ਸਮਾਂ, ਕਿ ਜੀਵਨ ਕਾਲ ਦੇ ਕੀਤੇ ਹੋਏ ਕਰੋੜਾਂ ਪਾਪ ਕਹਿੰਦੇ ਇੱਕ ਨਿਮਖ ਮਾਤਰ ਵਿੱਚ ਸਾਰੇ ਉਹ ਲੱਥ ਜਾਂਦੇ ਨੇ। ਜਦੋਂ ਗੱਲ ਕਹੇ ਗੁਰੂ ਦੇ ਬਚਨਾਂ ਉੱਤੇ ਪਹਿਰਾ ਦੇਣ ਦੀ, ਗੁਰੂ ਦੇ ਬਚਨਾਂ ਰਾਹੀਂ ਮਾਲਕ ਦਾ ਸਿਮਰਨ ਕਰਨ ਦੇ ਨਾਲ, ਕਹਿੰਦੇ ਇਸ ਤਰ੍ਹਾਂ ਫਿਰ ਉਹ ਜਿਹੜੇ ਜੀਵ ਨੇ ਮੁਕਤ ਹੋ ਜਾਂਦੇ ਹਨ। ਧੰਨ ਧੰਨ ਤੇ ਜਨ ਜਿਨ ਹਰ ਨਾਮ ਜਪਿਆ, ਤਿਨ ਦੇਖੇ ਹੋਂ ਭਇਆ ਸਨਾਥ। ਫਿਰ ਸਤਿਗੁਰੂ ਨਾਮ ਜਪਣ ਵਾਲਿਆਂ ਨੂੰ ਕਿੰਨਾ ਸਨਮਾਨ, ਕਿੰਨੀ ਸਤਿਗੁਰੂ ਵਡਿਆਈ ਦਿੰਦੇ ਹਨ। ਇਹ ਗੁਰੂ ਪਾਤਸ਼ਾਹ ਦੀ ਨਿਮਰਤਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ। ਕਹਿੰਦੇ ਨੇ ਧੰਨ ਧੰਨ ਤੇ ਜਨ, ਕਹਿੰਦੇ ਉਹ ਜਨ ਧੰਨ ਹਨ, ਧੰਨ ਹਨ ਕਿਹੜੇ? ਜਿਨ ਹਰ ਨਾਮ ਜਪਿਆ, ਜਿਨ੍ਹਾਂ ਜਨ ਪਿਆਰਿਆਂ ਨੇ ਹਰੀ ਵਾਹਿਗੁਰੂ ਦਾ ਨਾਮ ਜਪਣਾ ਕੀਤਾ। ਤਿੰਨ ਦੇਖੇ ਹੋਂ ਭਇਆ ਸਨਾਥ, ਕਿਉਂਕਿ ਨਾਮ ਜਪਣ ਵਾਲਿਆਂ ਨੂੰ ਜੋ ਮੈਂ ਦੇਖਿਆ, ਤਿੰਨ ਦੇਖੇ, ਉਹਨਾਂ ਨੂੰ ਦੇਖਣਾ ਹੋ ਮੈਂ ਭਇਆ ਸਨਾਥ। ਸਨਾਥ ਕਹਿੰਦੇ ਨੇ ਸਹਿਤ ਮਾਲਕ ਦੇ। ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ ਨੇ ਕਿ ਉਹਨਾਂ ਦੇ ਨਾਮ ਜਪਣ ਵਾਲੀਆਂ ਰੂਹਾਂ ਦੇ ਦਰਸ਼ਨ ਦਿਦਾਰੇ ਕਰਕੇ ਕਹਿੰਦੇ ਮੈਂ ਅਨਾਥ ਸੀ, ਹੁਣ ਸਨਾਥ ਹੋ ਗਿਆ ਮੈਂ, ਕਿਉਂਕਿ ਉਹ ਮਾਲਕ ਪ੍ਰਭੂ ਨਾਲ ਇੱਕਮਿਕ ਨੇ, ਜੁੜੇ ਹੋਏ ਨੇ। ਉਹਨਾਂ ਨਾਲ ਜੁੜ ਕੇ ਮੈਨੂੰ ਵੀ ਉਸ ਪ੍ਰਭੂ ਚੇਤੇ ਆ ਰਿਹਾ ਹੈ, ਇਸ ਕਰਕੇ ਮੈਂ ਸਨਾਥ ਹੋ ਗਿਆ, ਸਹਿਤ ਮਾਲਕ ਦੇ ਹੋ ਗਿਆ ਹਾਂ। ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਸ਼ਟ ਨਾਥ। हे ਪ੍ਰਭੂ ਤੂੰ ਜਗਤ ਨੂੰ ਜੀਵਨ ਦੇਣ ਵਾਲਾ, ਤੂੰ ਜਗਤ ਦਾ ਜਗਦੀਸ਼, ਜਗਤ ਦਾ ਈਸ਼ਰ ਮਾਲਕ ਹੈ। ਸਭ ਕਰਤਾ, ਸਭ ਕੁਝ ਕਰਨ ਨੂੰ ਸਮਰੱਥ ਹੈ। ਤੇਰੀ ਸ੍ਰਿਸ਼ਟੀ ਦਾ ਨਾਥ ਮਾਲਕ ਪ੍ਰਭੂ ਹੈ, ਸਾਰਿਆਂ ਦਾ ਮਾਲਕ ਪਰਮਾਤਮਾ ਤੂੰ ਹੀ ਹੈ। ਇਹ ਗੁਰੂ ਸਵਾਰੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਦੁਆਰਾ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਪਹਿਲੇ ਬੰਦ ਦੀ ਵਿਚਾਰ ਪਾਤਸ਼ਾਹ ਜੀ ਨੇ